Hello students, welcome you all in today's lecture. I am Amita, lecturer biology, Government Senior Secondary School Mahindraganj Rajpura, District Patiala. Student previous lecture ਦੇ ਵਿੱਚ ਅਸੀਂ ਚੈਪਟਰ 4th ਐਨੀਮਲ ਕਿੰਗਡਮ ਦੇ ਫਾਈਲਮ ਪੋਰੀਫੇਰਾ ਤੋਂ ਲੈ ਕੇ ਫਾਈਲਮ ਪਲੈਟੀਹੈਲਮਿੰਥੇਸਿਸ ਤੱਕ ਡਿਟੇਲ ਵਿੱਚ ਚਰਚਾ ਕੀਤੀ। ਅੱਜ ਦੇ ਲੈਕਚਰ ਵਿੱਚ ਅਸੀਂ ਫਾਈਲਮ ਐਸਕਲਮੈਂਸਿਸ, ਫਾਈਲਮ ਐਨੀਲੇਟ, ਫਾਈਲਮ ਆਰਥਰੋਪੋਡਸ ਐਂਡ ਫਾਈਲਮ ਮੋਲਸਕਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਿਲ ਕਰਾਂਗੇ। ਸੋ ਲੈਟਸ ਸਟਾਰਟ ਵਿਦ ਦਾ ਫਾਈਲਮ ਐਸਕਲਮੈਂਸਿਸ। ਬੇਟੇ ਐਸਕਲਮੈਂਸਿਸ ਨੂੰ ਨਿਮੈਥੀਹੈਲਮਿੰਥਸਿਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੇ ਆਰ ਕਾਮਨਲੀ ਕਾਲਡ ਨਿਮੈਟੋਡਸ। ਨਿਮੈਟੋਡਾ ਦਾ ਮੀਨ ਹੁੰਦਾ ਹੈ ਥ੍ਰੈਡ ਲਾਈਕ। ਬੋਡੀ ਇਜ਼ cylindrical like a thread, but they are called roundworms also. ਰਾਊਂਡ ਵਰਮਸ ਇਹਨਾਂ ਨੂੰ ਕਿਉਂ ਕਹਿੰਦੇ ਨੇ ਕਿ ਅਗਰ ਅਸੀਂ ਇਹਨਾਂ ਦਾ ਕ੍ਰਾਸ ਸੈਕਸ਼ਨ ਕੱਟ ਕੇ ਦੇਖੀਏ ਤਾਂ ਇਹਨਾਂ ਦਾ ਜਿਹੜਾ ਕ੍ਰਾਸ ਸੈਕਸ਼ਨ ਹੈ ਉਹ ਸਰਕੂਲਰ ਦਿਖਾਈ ਦਿੰਦਾ ਹੈ। that is why they are called roundworms. they are triploblastic. triploblastic ਦਾ ਮਤਲਬ whole body ਜਿੰਨੇ ਵੀ organs ਨੇ body ਦੇ they are developed from 3 germ layers: ectoderm, endoderm and mesoderm. ਲਾਸਟ ਲੈਕਚਰ ਦੇ ਵਿੱਚ ਅਸੀਂ ਇਹਦੇ ਬਾਰੇ ਕਲੀਅਰਲੀ ਪੜ੍ਹਿਆ ਸੀਗਾ। ਠੀਕ ਹੈ, ਹੁਣ ਆਊਟਰ ਲੇਅਰ ਹੈ ਜਿਹੜੀ ਉਹ ਕਿਊਟੀਕਲ ਹੁੰਦੀ ਹੈ, ਫਿਰ ਉਸ ਤੋਂ ਬਾਅਦ ਐਪੀਡਰਮਿਸ, ਐਪੀਡਰਮਿਸ ਤੋਂ ਬਾਅਦ ਮਸਕੂਲਰ ਲੇਅਰ ਹੈ, ਔਰ ਮਸਕੂਲਰ ਲੇਅਰ ਦੇ ਵਿੱਚ ਸਿਰਫ ਲੌਂਗੀਟਿਊਡਨਲ ਮਸਲਸ ਨੇ ਜਿਹੜੀਆਂ ਉਹ ਦਿਖਾਈ ਦਿੰਦੀਆਂ ਨੇ। ਬੋਡੀ ਇਜ਼ ਬਾਈਲੇਟਰਲੀ ਸਿਮੈਟ੍ਰੀਕਲ। ਬਾਈਲੇਟਰਲੀ ਸਿਮੈਟ੍ਰੀਕਲ ਦਾ ਮਤਲਬ ਕਿ ਅਗਰ ਅਸੀਂ ਬੋਡੀ ਨੂੰ ਇੱਕ ਸਿੰਗਲ ਪਲੇਨ ਤੋਂ ਕੱਟ ਕੇ ਦੇਖੀਏ ਤਾਂ ਉਹਦੇ ਇਕੁਅਲ ਹਾਫਸ ਹੋ ਜਾਂਦੇ ਨੇ, ਰਾਈਟ ਐਂਡ ਲੈਫਟ ਹਾਫ। ਤਾਂ ਅਸੀਂ ਕਹਿੰਦੇ ਹਾਂ ਬੋਡੀ ਇਜ਼ ਬਾਈਲੇਟਰਿਕਲ ਸਿਮੈਟ੍ਰੀਕਲ। ਬੋਡੀ ਐਸਕਲਮੈਂਸਿਸ ਦੇ ਆਰ pseudocoelomate. No true coelom is found, but pseudocoelom is found. That is why they are called pseudocoelomate organism. ਹੋਰ ਕਰੈਕਟਰਸ ਦੇਖਦੇ ਹਾਂ ਅਸੀਂ ਐਸਕਲਮੈਂਸਿਸ ਦੇ। ਤੇ ਐਕਸਪ੍ਰੈਸ ਯੂਟਿਲੀ ਇੱਕ ਕਰੈਕਟਰਿਸਟਿਕ ਫੀਚਰ ਹੈ ਬੇਟੇ ਰਾਊਂਡ ਵਰਮਸ ਦਾ। ਯੂਟਿਲੀ ਮੀਨਸ ਕਿ ਨੰਬਰ ਆਫ ਸੈਲਸ ਰਿਮੇਨਸ ਫਿਕਸ ਇਨ ਈਚ ਸਿਸਟਮ। ਹਰ ਇੱਕ ਸਿਸਟਮ ਦੇ ਸੈਲਸ ਨੇ ਜਿਹੜੇ ਜਦੋਂ ਸਿਸਟਮ ਦੀ ਸ਼ੁਰੂਆਤ ਹੋਈ ਹੈ ਬਣਨ ਦੀ ਜਾਂ ਉਹ ਸਿਸਟਮ ਕੰਪਲੀਟਲੀ ਬਣ ਚੁੱਕਿਆ ਹੈ ਤਾਂ ਉਹਦੇ ਜਿਹੜੇ ਨੰਬਰ ਆਫ ਸੈਲਸ ਨੇ ਉਹ ਫਿਕਸ ਰਹਿੰਦੇ ਨੇ। ऑर्गन सिस्टम ऑफ लेवल ऑफ ऑर्गेनाइजेशन है, प्रॉपर ऑर्गन सिस्टम्स ने, डाइजेस्टिव सिस्टम है, रेस्पिरेटरी सिस्टम है, एक्सक्रीटरी सिस्टम है। ठीक है, बॉडी इज सिलेंड्रिकल। ठीक है, लाइक थ्रेड लाइक, अनसेगमेंटेड, नो सेगमेंट्स आर फाउंड। एस्कलमेंसिस दे कैन बी पैरासिटिक, वो पैरासाइट भी हो सकते हैं। दे कैन बी फ्री लिविंग ऑल्सो, फ्रीली भी लिव कर सकते हैं। एंड दे आर फाउंड इन ऑल द हैबिटेट्स। हर एक तरह के निवास स्थान ते मिलते हैं, चाहे टेरेस्ट्रियल है चाहे एक्वेटिक है। ठीक है, ईवन जोड़े पोलर रीजन्स ते भी ये मिलते हैं। ठीक है, ईवन दे आर पैरासाइट्स ऑफ प्लांट्स आल्सो। प्लांट्स दे विच भी इन्हां दी कई पैरासिटिक फॉर्म्स ने जिहड़ियां वो देखण नूं मिलदियां ने। एस्कलमेंसिस दा बेटे डाइजेस्टिव सिस्टम है जिहड़ा वो कंप्लीट है विद मस्कुलर फेरेंक्स। ਹੁਣ ਕੰਪਲੀਟ ਡਾਈਜੈਸਟਿਵ ਸਿਸਟਮ ਦਾ ਮਤਲਬ ਲਾਸਟ ਲੈਕਚਰ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਉਹ ਡਾਈਜੈਸਟਿਵ ਸਿਸਟਮ ਜਿਹਦੇ ਵਿੱਚ ਇੰਜੈਸ਼ਨ ਵਾਸਤੇ ਮਾਊਥ ਹੋਵੇ ਔਰ ਇਜੈਸ਼ਨ ਵਾਸਤੇ ਐਨਸ ਹੋਵੇ, ਉਸ ਸਿਸਟਮ ਨੂੰ ਅਸੀਂ ਕੀ ਕਹਿੰਦੇ ਹਾਂ? ਕੰਪਲੀਟ ਡਾਈਜੈਸਟਿਵ ਸਿਸਟਮ। ਸੋ ਤੁਸੀਂ ਦੇਖ ਸਕਦੇ ਹੋ ਕੰਪਲੀਟ ਸਟਾਰਟਿੰਗ ਫਰਮ ਦਾ ਮਾਊਥ, ਫੇਰੈਂਕਸ, ਇੰਟੈਸਟਾਈਨ, ਠੀਕ ਹੈ, ਐਨਸ ਤੇ ਆ ਕੇ खत्म हो रहा डाइजेस्टिव के नाल। एनस इज फॉर इजैशन। एक्सक्रीटरी सिस्टम की अगर असी गल करिए तो इट कंसिस्ट ऑफ एक्सक्रीटरी पोर्स। यू कैन सी दिस इज द एक्सक्रीटरी पोर। लेटरल कॉर्ड्स ने जड़ियाँ, ठीक है, उहदे तो एक्सक्रीटरी पोर्स ने, डॉर्सल एज वेल एज वेंट्रल एज वेल एज लेटरल साइड्स ते। नर्वस सिस्टम, क्योंकि ऑर्गन सिस्टम लेवल ऑफ ऑर्गेनाइजेशन है तो हर एक प्रॉपर सिस्टम है, वेल डिवेलप्ड नर्वस सिस्टम है। नर्वस सिस्टम दे विच की है ए नर्व रिंग मेड अप ऑफ नर्व गैंगलिया। ठीक है, मैं इनलार्ज कर दिया डायग्राम बेटे। यू कैन सी द नर्व रिंग। ठीक है, दिस इज द नर्व रिंग। यू कैन सी दिस इज द नर्व रिंग दैट इज मेड अप ऑफ नर्व गैंगलिया। ਹੁਣ ਗੈਂਗਲੀਆ ਕੀ ਹੁੰਦੇ ਨੇ ਬੇਟੇ? ਨਰਵ ਸੈਲਸ ਨੇ ਜਿਹੜੇ ਉਹ ਗਰੁੱਪ ਬਣਾ ਲੈਂਦੇ ਨੇ
ਔਰ ਉਸ ਗਰੁੱਪ ਨੂੰ ਕਹਿੰਦੇ ਨੇ ਗੈਂਗਲੀਓਨ, ਐਂਡ ਪਲੂਰਲ ਵਿੱਚ ਅਸੀਂ ਕਹਿੰਦੇ ਹਾਂ ਗੈਂਗਲੀਆ। ਸੋ ਇਹ ਗੈਂਗਲੀਓਨ ਨੇ ਜਿਹੜੇ ਦੇ ਐਕਟ ਐਜ਼ ਸਿੰਪਲ ਬ੍ਰੇਨ, ਠੀਕ ਹੈ, ਐਂਡ ਦੇ ਆਰ ਪ੍ਰੈਜ਼ੈਂਟ ਐਟ ਦ ਐਂਟੀਰੀਅਰ ਐਂਡ ਦੇ ਉੱਤੇ ਨਰਵ ਰਿੰਗ ਹੈ। ਇਹਦੇ ਤੋਂ ਡੋਰਸਲ ਐਂਡ ਵੈਂਟਰਲ ਨਰਵ ਕੌਰਡ ਨਿਕਲਦੀ ਹੈ, ਠੀਕ ਹੈ, ਇੱਥੋਂ ਇੱਕ ਨਰਵ ਕੌਰਡ ਨਿਕਲੇਗੀ, ਇੱਕ ਵੈਂਟਰਲ ਸਾਈਡ ਤੋਂ ਨਰਵ ਕੌਰਡ ਨਿਕਲੇਗੀ, that will run along the whole body as anterior side ਤੇ ਵੀ ਜਾਏਗੀ ਔਰ posterior side ਤੇ ਵੀ ਜਾਏਗੀ, ਠੀਕ ਹੈ। ਸੋ ਵੈਲ ਡਿਵੈਲਪਡ ਨਰਵਸ ਸਿਸਟਮ। ਰਿਪਰੋਡਕਟਿਵ ਸਿਸਟਮ ਦੀ ਅਗਰ ਅਸੀਂ ਗੱਲ ਕਰੀਏ ਤਾਂ ਐਸਕਲਮੈਂਸਿਸ ਨੇ, ਦੇ ਆਰ ਡਾਇਓਸ਼ੀਅਸ। male and female reproductive system, they are present on separate organisms, और morphologically भी differentiate ਹੋ ਜਾਂਦਾ ਹੈ। females are longer than males, ਤੁਸੀਂ ਦੇਖ ਰਹੇ ਹੋ ਫੀਮੇਲ ਦੀ ਜਿਹੜੀ ਲੈਂਥ ਹੈ ਉਹ ਮੇਲ ਨਾਲੋਂ ਜ਼ਿਆਦਾ ਹੈ। ਫਰਟੀਲਾਈਜੇਸ਼ਨ ਇਜ਼ ਇੰਟਰਨਲ, ਫੀਮੇਲ ਬੋਡੀ ਦੇ ਅੰਦਰ ਫਰਟੀਲਾਈਜੇਸ਼ਨ ਹੁੰਦੀ ਹੈ, ਫਿਊਜ਼ਨ ਆਫ ਗੈਮੀਟਸ ਫੀਮੇਲ ਬੋਡੀ ਦੇ ਅੰਦਰ ਹੁੰਦਾ ਹੈ। ਡਿਵੈਲਪਮੈਂਟ ਮੇ ਵੀ ਡਾਇਰੈਕਟ ਔਰ ਇਨਡਾਇਰੈਕਟ। ਡਾਇਰੈਕਟ ਡਿਵੈਲਪਮੈਂਟ ਦਾ ਮਤਲਬ ਕਿ ਜ਼ਾਈਗੋਟ ਤੋਂ ਡਾਇਰੈਕਟਲੀ ਜਿਹੜਾ ਹੈ ਅਡਲਟ ਇੰਡੀਵਿਜੂਅਲ ਦੀ ਡਿਵੈਲਪਮੈਂਟ ਹੋਏਗੀ। ਇਨਡਾਇਰੈਕਟ ਦਾ ਮਤਲਬ ਕਿ ਜ਼ਾਈਗੋਟ ਔਰ ਅਡਲਟ ਦੇ ਵਿਚਕਾਰ ਇੱਕ ਸਟੇਜ ਡਿਵੈਲਪ ਹੋਏਗੀ ਜਿਹਨੂੰ ਅਸੀਂ ਕਹਿੰਦੇ ਹਾਂ ਲਾਰਵਲ ਸਟੇਜ। ਸੋ ਇਨਡਾਇਰੈਕਟ ਵੀ ਡਿਵੈਲਪਮੈਂਟ ਹੋ ਸਕਦੀ ਹੈ, ਠੀਕ ਹੈ। ਅਸਕੈਰਿਸ ਦੀ ਫੋਟੋ ਦਿਖਾਈ ਹੋਈ ਹੈ, ਇਟ ਇਜ਼ ਅ ਰਾਊਂਡ ਵਰਮ। ਹੋਰ ਐਗਜ਼ਾਮਪਲ ਵੀ ਅਸੀਂ ਲੈ ਸਕਦੇ ਹਾਂ ਐਸਕਲਮੈਂਸਿਸ ਦੀ, ਵੁਚੇਰੀਆ ਹੈ, ਫਾਈਲੇਰੀਅਲ ਵਰਮ ਹੈ। ਨੈਕਸਟ ਕਲਾਸ ਦੇ ਵਿੱਚ ਤੁਸੀਂ ਹਿਊਮਨ ਹੈਲਥ ਐਂਡ ਡਿਜ਼ੀਜ਼ ਪੜ੍ਹੋਗੇ, ਉਹਦੇ ਵਿੱਚ ਫਾਈਲੇਰੀਅਲ ਵਰਮ ਕਿਹੜਾ ਡਿਜ਼ੀਜ਼ ਕਰਦਾ ਹੈ, ਐਲੀਫੈਂਟਿਆਸਿਸ ਨਾਮ ਦਾ ਡਿਜ਼ੀਜ਼ ਕਰਦਾ ਹੈ। ਸੋ ਪੈਰਾਸਾਈਟ ਹੈ, ਹਿਊਮਨ ਦੇ ਅੰਦਰ ਪੈਰਾਸਾਈਟ ਹੈ। ਸਕੈਰਿਸ ਜਿਹੜਾ ਅਸੀਂ ਹੁਣੇ ਦੇਖਿਆ ਰਾਊਂਡ ਵਰਮ, ਇਹ ਵੀ ਡਾਈਜੈਸਟਿਵ ਜਿਹੜਾ ਸਾਡੀ ਐਲੀਮੈਂਟਰੀ ਕੈਨਾਲ ਹੈ ਉਹਦੇ ਵਿੱਚ ਸਮਾਲ ਇੰਟੈਸਟਾਈਨ ਦੇ ਵਿੱਚ ਜਿਹੜਾ ਹੈਗਾ ਇਹ ਪੈਰਾਸਾਈਟ ਹੈ। ਇਸੇ ਤਰ੍ਹਾਂ ਐਨਸਾਈਕਲੋਸਟੋਮਾ, ਹੁੱਕ ਵਰਮ, ਇਹ ਲਾਰਜ ਇੰਟੈਸਟਾਈਨ ਦਾ ਪੈਰਾਸਾਈਟ ਹੈ, ठीक है। all these worms they are parasitic। now let's come to the another phylum, Annelida। Annelida ਦਾ characteristic feature ਹੈ ਬੇਟੇ segmentation, segments, metameric segmentation, ਠੀਕ ਹੈ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਸੈਗਮੈਂਟਸ ਹੀ ਦਿਖਾ ਦਿੰਨੀ ਆ, ਠੀਕ ਹੈ। ਸੈਕਿੰਡ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਨੀਰੀਜ਼ ਦੀ ਫੋਟੋ ਹੈ, ਮੈਰੀਨ ਆਰਗੇਨਿਜ਼ਮ ਹੈ, ਬੋਡੀ ਦੇਖੋ ਸੈਗਮੈਂਟਸ ਦੇ ਵਿੱਚ ਡਿਵਾਈਡਡ ਹੈ, ਠੀਕ ਹੈ। ਉੱਪਰ ਤੁਸੀਂ ਲੀਚ ਦੀ ਦੇਖ ਸਕਦੇ ਹੋ, ਉਹ ਵੀ ਸੈਗਮੈਂਟਡ ਹੈ। ਹੋਰ ਕਰੈਕਟਰਸ ਕੀ ਨੇ, ਐਨੀਲਿਡਸ ਦੇ ਆਰਗੇਨਿਜ਼ਮ ਵੀ ਟ੍ਰਿਪਲੋਬਲਾਸਟਿਕ ਨੇ, ਹੁਣ ਤੁਸੀਂ ਸਮਝ ਗਏ ਹੋਵੋਗੇ ਟ੍ਰਿਪਲੋਬਲਾਸਟਿਕ, ਠੀਕ ਹੈ। ਬਾਇਲੇਟਰਲੀ ਸਿਮੈਟ੍ਰਿਕਲ ਹੈ, सीलोमेट्स है, ट्रू सीलोम इज प्रेजेंट, ऑर्गन सिस्टम लेवल ऑफ ऑर्गेनाइजेशन है, एंड जिन्ने भी मैंबर्स ने ऑलमोस्ट एनिलिडा दे आर ब्राउन इन कलर ड्यू टू द प्रेजेंस ऑफ ए पिगमेंट पोरफायरिन, ਉਹਦੇ ਕਰਕੇ ਇਹਨਾਂ ਦਾ ਕਲਰ ਹੈ ਜਿਹੜਾ ਮੋਸਟਲੀ ਬਰਾਊਨ ਹੁੰਦਾ ਹੈ। ਹੋਰ ਕਰੈਕਟਰਸ ਵੀ ਅਸੀਂ ਦੇਖਨੇ ਐਨੀਲਿਡਾ ਦੇ, ਕੰਪਲੀਟ ਡਾਈਜੈਸਟਿਵ ਸਿਸਟਮ ਹੈ, ਇੱਥੇ ਤੁਸੀਂ ਅਰਥਵਰਮ ਦੀ ਫੋਟੋ ਦੇਖ ਰਹੇ ਹੋ, ठीक है। कंप्लीट डाइजेस्टिव सिस्टम का मतलब माउथ फॉर इंजेशन एंड एनस फॉर इजेशन। रेस्पिरेशन, अगर रेस्पिरेटरी सिस्टम की गल करिए तो कुटेनियस रेस्पिरेशन भी है ਇਹਦੇ ਵਿੱਚ, रेस्पिरेशन थ्रू मॉइस्ट स्किन, ठीक है, जिसनों ਅਸੀਂ ਕੀ ਕਹਿੰਦੇ ਆ कुटेनियस रेस्पिरेशन। अमोनोटैलिक, अगर ਤਾਂ ਇਹ aquatic ने ਤਾਂ अमोनिया एक्सक्रीट करनगे, और अगर टेरेस्ट्रियल ने तो यूरिया एक्सक्रीट करेंगे, फिर असी कहेंगे यूरियोटैलिक ने। एक्सक्रीटरी ऑर्गन्स दे आर नेफ्रीडिया, वेरी इंपॉर्टेंट क्वेश्चन आ जाता है, नेम द एक्सक्रीटरी ऑर्गन्स ऑफ एनिलिड्स, नेफ्रीडिया। नर्वस सिस्टम की अगर असी गल करिए तो देयर आर पेयर्ड गैंगलिया, ठीक है। गैंगलिया तो मैं हुणे दस्सिया सी, दे आर नथिंग बट ग्रुप्स ऑफ नर्व सेल्स जॉइंट टुगैदर टू फॉर्म गैंगलिया, और गैंगलिया तो नर्व कॉर्ड्स निकलदियां ने, ठीक है, डॉर्सल नर्व कॉर्ड एज वेल एज वेंट्रल नर्व कॉर्ड, एंड दीज गैंगलिया दे एक्ट एज सिंपल ब्रेन। वेंट्रल साइड तो डबल वेंट्रल कॉर्ड निकलती है जिहड़ी हर एक सैगमेंट दे विच जांदी हुई उहदे गैंगलिया सैपरेट बनते हैं। सपोज ये सैगमेंट्स ने और हर एक सैगमेंट दे विच की होएगा, गैंगलिया होणगे, ठीक है। अगर असी सिंपलेस्ट
ਇਮੈਜਿਨ ਕਰਨ ਦੀ ਕੋਸ਼ਿਸ਼ ਕਰੀਏ ਤਾਂ these are the segments। ਸੋ ਹਰ ਇੱਕ ਸੈਗਮੈਂਟ ਦੇ ਵਿੱਚ ਕੀ ਹੈ, ਨਰਵ ਕੋਡ ਦੇ ਉੱਤੇ ਗੈਂਗਲੀਆ ਨੇ। ਕਲੀਅਰ। ਸੋ ਪ੍ਰੋਪਰ ਨਰਵਸ ਸਿਸਟਮ। ਰਿਪਰੋਡਕਟਿਵ ਸਿਸਟਮ ਦੇ ਵਿੱਚ ਕੀ ਹੈ, ਹੁਣ ਸਾਨੂੰ ਪਤਾ ਹੈ ਕਿ ਦੇ ਕੈਨ ਬੀ ਯੂਨੀਸੈਕਸੁਅਲ, ਨੀਰੀਜ਼ ਜਿਹੜੀ ਹੈ ਯੂਨੀਸੈਕਸੁਅਲ ਹੈ। ਦੇ ਕੈਨ ਬੀ ਹਰਮੈਫਰੋਡਾਈਟ ਆਲਸੋ, ਅਰਥਵਰਮ ਹਰਮੈਫਰੋਡਾਈਟ ਹੈ, ਉਹਦੇ ਵਿੱਚ ਮੇਲ ਐਂਡ ਫੀਮੇਲ ਆਰਗਨਸ ਇੱਕ ਹੀ ਬੋਡੀ ਤੇ ਨੇ। ਠੀਕ ਹੈ, ਬਟ ਜਿਹੜੇ ਹਰਮੈਫਰੋਡਾਈਟ ਆਰਗੈਨਿਜ਼ਮਸ ਹੁੰਦੇ ਨੇ ਬੇਟੇ, ਜਨਰਲੀ ਤੇ ਪ੍ਰੈਫਰ ਕ੍ਰਾਸ ਫਰਟੀਲਾਈਜੇਸ਼ਨ, ਕਿਉਂਕਿ ਉਹਨਾਂ ਦੇ ਵਿੱਚ ਡਿਵੈਲਪਮੈਂਟ ਆਫ ਮੇਲ ਐਂਡ ਫੀਮੇਲ ਆਰਗਨਸ ਜਿਹੜੀ ਹੈ ਉਹ ਸੇਮ ਟਾਈਮ ਤੇ ਨਹੀਂ ਹੁੰਦੀ, ਇਸ ਕਰਕੇ ਦੇ ਆਲਵੇਜ਼ ਪ੍ਰੈਫਰ ਕ੍ਰਾਸ ਫਰਟੀਲਾਈਜੇਸ਼ਨ। ਇਹਦੇ ਵਿੱਚ ਤੁਸੀਂ ਲੀਚ ਦੀ ਐਗਜ਼ਾਮਪਲ ਵੀ ਲੈ ਸਕਦੇ ਹੋ, ਹੀਰੋਡਿਨੇਰੀਆ ਬਲੱਡ ਸਕਿੰਗ ਲੀਚ ਹੈ। ਠੀਕ ਹੈ, ਐਨੀਲਿਡ ਦੀਆਂ ਐਗਜ਼ਾਮਪਲਸ ਨੇ। ਇੱਕ ਕਿਹੜੀ ਹੋ ਗਈ, ਨੀਰੀਜ਼, ਇਹ ਮੈਰੀਨ ਫਾਰਮ ਹੈ। ਅਰਥਵਰਮ ਜਿਹੜਾ ਹੈ ਬਰਨਿੰਗ ਹੈ, ਇਹ ਸੋਇਲ ਦੇ ਵਿੱਚ ਜਿਹੜੀ ਮੱਡੀ ਸੋਇਲ ਦੇ ਵਿੱਚ ਰਹਿੰਦਾ। ਲੀਚ ਹੀਰੋਡਿਨੇਰੀਆ, ਇਹ ਵੀ ਤੁਸੀਂ ਦੇਖਿਆ ਹੋਣਾ ਐਨੀਮਲਸ ਦੇ ਉੱਤੇ ਵੀ ਕਈ ਵਾਰੀ ਜਿਹੜੇ ਕੈਟਲਸ ਵਗੈਰਾ ਦੇ ਉੱਤੇ ਚਿਪਕੀ ਹੁੰਦੀ ਹੈ, ਇਸੇ ਕਰਕੇ ਇਹਨੂੰ ਬਲੱਡ ਸਕਿੰਗ ਲੀਚ ਕਹਿੰਦੇ ਨੇ, ਬਲੱਡ ਚੂਸਦੀ ਹੈ। ਡਿਵੈਲਪਮੈਂਟ ਇਨਡਾਇਰੈਕਟ ਵੀ ਹੋ ਸਕਦੀ ਹੈ, ਨੀਰੀਜ਼ ਦੀ ਐਗਜ਼ਾਮਪਲ ਲੈ ਸਕਦੇ ਹਾਂ ਅਸੀਂ ਕਿ ਲਾਰਵਲ ਸਟੇਜ ਦੇਖਣ ਨੂੰ ਮਿਲਦੀ ਹੈ। ਅਰਥਵਰਮ ਦੇ ਵਿੱਚ ਡਾਇਰੈਕਟ ਡਿਵੈਲਪਮੈਂਟ ਹੈ। ਕਲੀਅਰ। ਸੋ ਆਲ ਥੀਜ਼ ਆਰ ਦ ਜਨਰਲ ਕਰੈਕਟਰਿਸਟਿਕਸ ਆਫ ਫਾਈਲਮ ਐਨੀਲਿਟਾ। ਚਲੋ ਹੁਣ ਅਸੀਂ ਕਰਦੇ ਹਾਂ ਫਾਈਲਮ ਆਰਥਰੋਪੋਡਾ, ਲਾਰਜੈਸਟ ਫਾਈਲਮ ਆਫ ਦ ਐਨੀਮਲ ਕਿੰਗਡਮ। ਲਾਰਜੈਸਟ ਦਾ ਮਤਲਬ ਕਿ ਬਹੁਤ ਜ਼ਿਆਦਾ ਸਪੀਸ਼ੀਜ਼ ਨੇ ਜਿਹੜੀਆਂ ਆਰਥਰੋਪੋਡਸ ਦੀਆਂ ਦੇਖਣ ਨੂੰ ਮਿਲਦੀਆਂ ਨੇ। bilateral symmetrical body है, body bilaterally symmetrical है, can be equally divided into right and left halves when cut through a single plane। ट्रिप्लोब्लास्टिक है। हीमोसिलोमेट है। ਹੁਣ ਹੀਮੋਸਿਲੋਮੇਟ ਅੱਗੇ ਜਾ ਕੇ ਅਸੀਂ ਸਮਝਾਂਗੇ ਕਿ ਜਿਹੜਾ ਸਰਕੂਲੇਟਰੀ ਸਿਸਟਮ ਹੈ, ਬਲੱਡ ਹੈ, ਉਹ ਬੋਡੀ ਕੈਵਿਟੀ ਦੇ ਵਿੱਚ ਫ੍ਰੀਲੀ ਘੁੰਮਦਾ ਹੈ ਔਰ ਬਲੱਡ ਦੇ ਵਿੱਚ ਲਿੰਫ ਵੀ ਮਿਲ ਜਾਂਦਾ ਹੈ। ਸੋ ਹੀਮੋਲਿੰਫ ਵੀ ਇੱਥੇ ਦੇਖਣ ਨੂੰ ਮਿਲੇਗਾ। ਹੀਮੋਸਿਲੋਮੇਟ ਮੀਨਸ ਕਿ ਬੋਡੀ ਕੈਵਿਟੀ ਵਿੱਚ ਕੀ ਹੈ, ਹੀਮ ਬਲੱਡ ਹੈ। ਸੈਗਮੈਂਟਡ ਬੋਡੀ, ਬੋਡੀ ਦੇ ਸੈਗਮੈਂਟਸ ਨੇ। ਅਗਰ ਤੁਸੀਂ ਇਹਦੇ 'ਚ ਦੇਖ ਰਹੇ ਹੋ, ਸੋ ਦਿਸ ਇਜ਼ ਦਾ ਹੈਡ ਪੋਰਸ਼ਨ, ਉਸ ਤੋਂ ਬਾਅਦ ਕੀ ਹੈ ਥੋਰੈਕਸ ਪੋਰਸ਼ਨ, ਫਿਰ ਕੀ ਹੈ ਐਬਡੋਮਨ ਪੋਰਸ਼ਨ। ਤਿੰਨ ਕਲੀਅਰਲੀ ਸੈਗਮੈਂਟਸ ਨੇ ਬੋਡੀ ਦੇ। ऑर्गन सिस्टम ऑफ ऑर्गेनाइजेशन है, प्रॉपर सिस्टम्स ने। एनिमल्स विद जॉइंटेड लैग्स, वेरी इंपॉर्टेंट फीचर ऑफ आर्थ्रोपोडा। अगर असी आर्थ्रो का ही मतलब देखिए तो आर्थ्रो का मतलब होंगे जॉइंटेड और पोडा का मतलब अपेंडिजिस। सो इंसैक्ट्स ने जोड़े आर्थ्रोपोडा के एनिमल्स ने उन्होंने जॉइंटेड अपेंडिजिस होंगे। एक्सोस्केल्टन होना उनका, स्केल्टन विच इज़ आउटसाइड द बॉडी इन द फॉर्म ऑफ काइटिन। और काइटिन बहुत हार्ड एंड रेजिस्टेंट सबसटेंस है, ऐसे करके इन्ने ज़्यादा जो स्पीशीज़ ने आर्थ्रोपोडा दे विच पाईयां जांदियां, सर्वाइव कर पांदियां ड्यू टू द प्रेजेंस ऑफ काइटिन विच इज़ वेरी हार्ड। ओके, हुण असीं देखदे हां होर की फीचर्स ने आर्थ्रोपोडा दे। दे कैन बी फ्री लिविंग, फ्री भी लिव कर सकते हैं। पैरासाइट भी होंदे ने। ठीक है, डाइजेस्टिव सिस्टम है कंप्लीट है। जी ग्रीन कलर की तुसी देख रहे हो, दिस इज़ द डाइजेस्टिव ट्रैक स्टार्टिंग फ्रॉम माउथ एंड इट इज़ द एनस, एनस फॉर इजेशन, माउथ फॉर इंजेशन। क्लियर। रेस्पिरेटरी सिस्टम है जोड़ा वो बुक गिल्स हो सकते हैं। अगर तो आर्थ्रोपॉड एक्वाटिक है तो वो गिल्स होणगियां, अगर टेरेस्ट्रियल है वो लंग्स होणगियां। ठीक है, ट्रेकियल ट्यूब्स के थ्रू होंदी है रेस्पिरेशन, बॉडी सरफेस के थ्रू भी होंदी है रेस्पिरेशन। हुण कई बार स्टूडेंट्स कहते हैं कि बुक गिल एंड बुक लंग जोड़ा वो कंसैप्ट उन्होंने क्लीयर नहीं हो पाता। सो बेटे बुक जिहड़ी है लंग्स का मतलब कि इहदे तुसीं देख रहे हो, दीज आर द लैमिला ऑफ लंग्स। Okay, come to the diagram. These are the lamella of lungs. They are stacked like the pages of book. जिस तरह से बुक दे विच पेजेस होंदे ने एक दूसरे दे ऊपर, ठीक है, स्टैक होंदे ने, उस तरह ये लंग्स लैमिला ऐदा लगदा जिवें बुक्स दे पेजेस सैट कीते हुए ने। ठीक है, इसे तरह गिल्स ने, तुसी देख रहे हो गिल्स भी किवें ने, स्टैक्ड अपॉन वन अनदर। सो दे आर कॉल्ड बुक गिल्स। एक्सक्रीटरी सिस्टम आर्थ्रोपॉड दा मेलपिगियन ट्यूब्यूल्स, वेरी इंपॉर्टेंट। तुसी देखो मेलपिगियन ट्यूब्यूल्स
ਡਾਇਗਰਾਮ ਬੇਟੇ ਹਾਲਾਂਕਿ ਬੁੱਕ ਦੇ ਵਿੱਚ ਨਹੀਂ ਨੇ ਇਹਨਾਂ ਦੇ ਆਰਗਨ ਸਿਸਟਮ ਦੇ, ਪਰ ਫਿਰ ਵੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਤਾਂ ਕਿ ਡਾਇਗਰਾਮ ਦੇਖ ਕੇ ਤੁਹਾਨੂੰ ਜਿਹੜਾ ਕਨਸੈਪਟ ਹੈ ਮਾਈਂਡ ਦੇ ਵਿੱਚ ਹੋਰ ਸੈੱਟ ਹੋ ਜਾਏਗਾ। ਥੀਸ ਆਰ ਦਾ ਮੈਲਪੀਗੀਅਨ ਟੈਬਿਊਲਸ ਫॉर एक्सक्रीशन। ओपन सर्कुलेटरी सिस्टम है, तुसी देख रहे हो, लोब्ड हार्ट है और ब्लड bathed cavity, organs present in the body cavity, they are directly bathed in the blood। clear। ਹੋਰ ਕੀ ਨੇ ਆਰਥ੍ਰੋਪੋਡਾ ਦਾ ਨਰਵਸ ਸਿਸਟਮ ਲੈਡਰ ਲਾਈਕ ਹੈ। ਹੁਣ ਲੈਡਰ ਲਾਈਕ ਕਿਵੇਂ ਬੇਟੇ, ਮੈਂ ਤੁਹਾਨੂੰ ਕਿਹਾ ਕਿ ਨਰਵ ਗੈਂਗਲੀਆ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਦੇ ਵਿੱਚੋਂ ਨਰਵ ਕੌਰਡ ਨਿਕਲਦੀ ਹੈ। ਨਰਵ ਕੌਰਡ ਦੇ ਵਿੱਚੋਂ ਪੈਰੀਫਰਲ ਨਰਵਸ ਨਿਕਲਦੀਆਂ ਨੇ, ਦੇ ਆਰ ਕਨੈਕਟਡ, ਸੋ ਇੱਕ ਲੈਡਰ ਲਾਈਕ ਅਪੀਅਰੈਂਸ ਬਣ ਜਾਂਦੀ ਹੈ। ਸੋ ਵੀ ਕਾਲ ਕਿ ਨਰਵਸ ਸਿਸਟਮ ਇਜ਼ ਲਾਈਕ ਲੈਡਰ ਲਾਈਕ। ਪੇਅਰਡ ਵੈਂਟਰਲ ਨਰਵ ਕੌਰਡ ਰਨਿੰਗ ਥਰੂ all the segments। ਕਲੀਅਰ। ਐਂਟੀਨਾ ਹੋਣਗੇ ਸੈਂਸਿਟਿਵ, ਔਰ ਜਿਹੜੇ ਔਰਗਨਸ ਨੇ ਦੇ ਆਰ ਵੈਰੀ ਸੈਂਸਿਟਿਵ। ਕੰਪਾਊਂਡ ਆਈ, ਹੁਣ ਕੰਪਾਊਂਡ ਆਈ ਦਾ ਵੀ ਕੰਸੈਪਟ ਬੇਟੇ ਕਲੀਅਰ ਹੋਣਾ ਚਾਹੀਦਾ। ਹਿਊਮਨ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਸਿੰਪਲ ਆਈ ਹੈ। ਸਿੰਪਲ ਆਈ ਦਾ ਮਤਲਬ 1 ਲੈਂਸ, 1 ਕੋਰਨੀਆ, 1 ਰੈਟਿਨਾ, ਠੀਕ ਹੈ, ਦਿਸ ਇਜ਼ ਦਾ ਯੂਨਿਟ, 1 ਯੂਨਿਟ। ਲੇਕਿਨ ਇਨਸੈਕਟਸ ਦੇ ਵਿੱਚ ਕੀ ਹੁੰਦਾ, ਦੇਰ ਆਰ ਸੋ ਮੈਨੀ ਯੂਨਿਟਸ ਲਾਈਕ ਦਿਸ। ਤੁਸੀਂ ਦੇਖ ਰਹੇ ਹੋ, ਮੈਂ ਡਾਇਗਰਾਮ ਨੂੰ ਜ਼ੂਮ ਕਰਕੇ, ਸੋ ਦੇਖ ਰਹੇ ਹੋ ਤੁਸੀਂ, these are the ommatidium, single ommatidium contains 1 lens, 1 retina, 1 cornea। लेकिन अगर बहुत सारे ommatidium units इकट्ठे हो जान, photoreceptor units, ਤਾਂ ਅਸੀਂ ਕਹਾਂਗੇ ਕੰਪਾਊਂਡ ਆਈ ਹੈ। ਸੋ ਆਰਥ੍ਰੋਪੋਡਾ ਦੇ ਵਿੱਚ ਕੰਪਾਊਂਡ ਆਈਜ਼ ਨੇ, ਕਲੀਅਰ। ਔਰ ਇੱਕ ਹੋਰ ਬੜਾ ਇੰਪੋਰਟੈਂਟ ਫੀਚਰ ਹੈ ਸਟੈਟੋਸਿਸਟ। these are the balancing organs। ਸਟੈਟੋਸਿਸਟ ਦੇ ਵਿੱਚ ਮਿਨਰਲਾਈਜ਼ਡ ਮਾਸ ਹੁੰਦਾ ਹੈ, ਸੈਂਡ ਵੀ ਹੋ ਸਕਦੀ ਹੈ, ਠੀਕ ਹੈ, ਜਿਸ ਨੂੰ ਸਟੈਟੋਲਿਥ ਕਹਿੰਦੇ ਨੇ। ਬੈਲੈਂਸਿੰਗ ਆਰਗਨ ਹੈ, ਵੈਰੀ ਇੰਪੋਰਟੈਂਟ ਕੁਐਸਚਨ, ਠੀਕ ਹੈ, ਓਕੇ। ਰਿਪਰੋਡਕਸ਼ਨ ਡਾਇਓਸ਼ੀਅਸ ਨੇ, ਮੇਲ ਐਂਡ ਫੀਮੇਲ ਸੈਪਰੇਟ ਨੇ। ਕਾਕਰੋਚ ਦੇ ਵਿੱਚ ਅਸੀਂ ਡਿਫਰੈਂਸ਼ੀਏਟ ਵੀ ਕਰ ਸਕਦੇ ਹਾਂ। ਮੇਲ ਦੀ ਬਾਡੀ ਹੈ ਜਿਹੜੀ ਥੋੜੀ ਸ਼ਾਰਟ ਹੁੰਦੀ ਹੈ ਫੀਮੇਲ ਨਾਲੋਂ। ਫਰਟੀਲਾਈਜੇਸ਼ਨ ਕੈਨ ਬੀ एक्सटर्नल, कैन बी इंटरनल। ओवीपेरस ने एग्स ले करते हैं। डिवेलपमेंट कैन बी डायरैक्ट, इट कैन बी इनडायरैक्ट। ओके, हुण इकनॉमिकली इंपॉर्टेंट इंसैक्ट्स भी है ने, किहड़े? हनी बी, शहद की मक्खी, तुसी सारे जानते हो शहद बनाती है। एपिस जीनस है, एपिस इंडिका है, एपिस डॉर्सेटा है। 10th क्लास के विच तुसी पढ़िया इंपॉर्टेंट वैराइटीज़ ऑफ हनी बी, ठीक है। बॉम्बैक्स इंसैक्ट है जिहड़ा कि सिल्क बनाता है, सिल्क का नैचुरल थ्रैड, सिल्क वॉर्म कहते हैं इनू। वॉर्म नहीं है लेकिन इंसैक्ट है, ठीक है। और मलबरी के लीव्स के उपर ये फीड करके जिहड़ा है सिल्क थ्रैड की सिक्रीशन करता है। लैक्सीफर, लैक, लाख जिन्हों तुसी कहते हो, ठीक है। रेजन लाइक गम लाइक सबसटेंस सिक्रीट करता है इंसैक्ट। So all these products are economically very important, secreted by insects। इस तो इलावा बेटे कुछ इंसैक्ट्स ने जो डिजीज़ भी कॉज करते हैं, जिवें हुण मलेरिया है। मलेरिया किहदे नाल हुंदा है? मच्छर के कट्टण नाल हुंदा है। मच्छर की है? इंसैक्ट है, ठीक है। फीमेल एनोफिलीज मॉस्कीटो दे नाल मलेरिया हुंदा है। मॉस्कीटो दे अंदर पैथोजन हुंदा है जिहड़ा वो कैरी करके चलता है, इस करके उन्होंने असीं इंसैक्ट्स नूं की कहने हैं? वैक्टर्स। इस तरह क्यूलेक्स मॉस्कीटो है, वो दिमागी बीमारी करता है, वायरस सिक कैरी करके रखता है। इंसैफलाइटिस जिहदे नाल ब्रेन दे विच स्वैलिंग आ जाती है, ठीक है। दीज आर हार्मफुल इंसैक्ट्स। इस तो इलावा लिविंग फॉसिल्स भी ने आर्थ्रोपोडा दे विच। हुण लिविंग फॉसिल दे विच एग्जाम्पल पहला तो तुसीं याद रखो, लिमुलस, कॉमन नेम किंग क्रैब। लिविंग फॉसिल क्यों कहते हैं? बिकॉज दे रिमेन अनचेंज्ड फॉर 190 मिलियन ईयर्स। तो इन्हां दे विच कोई चेंज ही नहीं हुई, कोई एवोल्यूशन ही नहीं हुई, इस करके इन्हां कहते हैं लिविंग फॉसिल। किंग क्रैब की फोटो देखो। इस तरह इंसैक्ट ग्रेगेरियस पेस्ट भी हो सकते हैं। ग्रेगेरियस मीनस जिहड़े झुंड दे विच उड़दे ने, ठीक है। कई बार फसलों भी खराब करते हैं। लोकस्ट की एग्जाम्पल लै सकते हो, तुसीं देख रहे हो किद्दां झुंड दे विच उड़ रहे हैं, क्लीयर।
चलो हुण असीं करते हाँ लास्ट फाइलम अज दे लैक्चर दा मोलस्का। सैकेंड लार्जेस्ट फाइलम अंडर एनिमल किंगडम। फर्स्ट लार्जेस्ट किहड़ा सी आर्थ्रोपोडा, सैकेंड की है मोलस्का। इन्हां दी बॉडी बेटे सॉफ्ट हुंदी है और सैगमेंटेशन घट देखण नूं मिलदी है। बॉडी दे उपर एक हार्ड कैलकेरियस शैल हुंदा है, ठीक है। ट्रिप्लोब्लास्टिक हुंदे ने, बायलैट्रिकल सिमेट्रिकल हुंदे ने, सीलोमेट हुंदे ने, ट्रू सीलोम है, ऑर्गन सिस्टम लैवल ऑफ ऑर्गेनाइजेशन। यह जिहड़ा तुसीं मोलस्क देख रहे हो ये की है ऑक्टोपस, ठीक है। दे कैन बी फ्री लिविंग, दे कैन बी पैरासिटिक, दे कैन बी एक्वाटिक, दे कैन बी टेरेस्ट्रियल। और बॉडी का जिहड़ा टिपिकल मॉर्फोलॉजिकल फीचर्स ने उन्हां दा की है डिस्टिंक्ट हेड हैविंग माउथ, देन कैलकेरियस शैल, ठीक है, लार्ज साइज्ड फुट और एक इन्हां दी टंग दा स्पैशल जिहड़ा है नेम है टंग लाइक स्ट्रक्चर हुंदा जिसनूं कहंदे ने रेडुला। असीं अगे देखांगे मॉर्फोलॉजी दे विच। सो जनरल मोलस्का दा बॉडी प्लान है जिहड़ा अगर असीं एनाटोमिकली देखिए तो तुसीं देख रहे हो ब्लैक कलर दा की है हार्ड शैल है, ठीक है। हार्ड शैल तो बाद की है फिर स्पेस है खाली, इसनूं असीं की कहने आ मैंटल कैविटी। उस तो बाद मैंटल कैविटी इज लाइनड बाय ए सॉफ्ट मैम्ब्रेन, मैंटल कवर, क्लियर है। और इन द मैंटल कैविटी सारे दे सारे विसरल ऑर्गन्स ने जिहड़े इन द फॉर्म ऑफ विसरल hump. Let's come to the diagram. This is the visceral hump. इत्थे सारे दे सारे ऑर्गन्स ने जिहड़े इकट्ठे ने। विसरल हंप नूं किन्ने कवर किया होया बेटे मैंटल ने, ठीक है। विसरल हंप और शैल दे विच की है मैंटल कैविटी है, ठीक है। तुसीं अंडरस्टैंड कर लो, हालांकि डायग्राम है जिहड़ा ड्रॉ करन दी तुहानूं जरूरत नहीं है, बट इट इज़ इंपॉर्टेंट कि तुहाडा कंसैप्ट क्लीयर हो जाए, ठीक है। माउथ देख रहे हो तुसी, एनस देख रहे हो मतलब कंप्लीट डाइजेस्टिव सिस्टम है, गिल्स देख रहे हो मतलब रेस्पिरेटरी सिस्टम भी पूरा है, ठीक है। हार्ट भी देख रहे हो मतलब सर्कुलेशन भी है। असी देखांगे हुण कि ओपन है या क्लोज सर्कुलेटरी सिस्टम है, ठीक है। अगे चल के पढ़ांगे असी। रेडुला, दिस इज द ग्रैस्पिंग ऑर्गन, स्पैशल फीचर ऑफ मोलस्क, क्लीयर है बेटे। चलो हुण असी नोट्स बनाने हैं जो जो असी डायग्राम दे विच देखिया। बॉडी इज कवर्ड बाय कैलकेरियस शैल, अनसेगमेंटेड है, हेड है, मस्कुलर फुट है एंड विसरल हम्प है, क्लियर। और ए सॉफ्ट एंड स्पॉन्जी लेयर ऑफ स्किन फॉर्म्स ए मैंटल ओवर द विसरल हम्प, ठीक है। डायग्राम दे विच देखिए तुसी ए कवरिंग है ओवर द visceral hump. Space between the hump and the mantle is called mantle cavity, in which gills are present. असी देखिया हुणे। टेरेस्ट्रियल मोलस्क ने जड़े उन्हां दे विच रेस्पिरेशन किवें होएगी बेटे, क्योंकि टेरेस्ट्रियल ने गिल्स तो है नहीं, तो उन्हां दी मैंटल दे उत्ते ही की होएगा, जिहड़ी सॉफ्ट मैम्ब्रेन है उहदे उत्ते पोर्स होणगे विच हेल्प इन रेस्पिरेशन। इस तो इलावा एंटीरियर हैड रीजन दे उपर सेंसरी टेंटिकल्स हुंदे ने, ठीक है। माउथ दे अंदर एक ग्रैस्पिंग ऑर्गन है, मैं हुणे तुहानूं दस्सिया, विच हेल्प इन फीडिंग कॉल्ड रेडुला। दिस इज फाउंड ओनली इन मोलस्क। नेफ्रीडिया आर प्रेजेंट फॉर एक्सक्रीशन। नर्वस सिस्टम की अगर असीं गल करिए, 2 पेयर्स ऑफ नर्व कॉर्ड्स रन अक्रॉस द लेंथ ऑफ बॉडी, ठीक है। सेंसरी रिसैप्टर्स प्रेजेंट हुंदे ने। इहदे विच तुसीं देख रहे हो, दीज आर द रिसैप्टर्स, जिहड़े रॉड लाइक स्ट्रक्चर्स दिख रहे हैं तुहानूं, एंटीना लाइक स्ट्रक्चर, दीज आर द रिसैप्टर्स, क्लियर। और they are dioecious animals, they are oviparous, egg lay करते ने with indirect development is indirect, that means larval stages are found. Hun important examples of mollusca, they are very interesting also. Apple snail, ठीक है। pearl ostel, pearl ostel ਜਿਹੜਾ ਤੁਸੀਂ ਸੁਣਿਆ ਹੋਏਗਾ ਸੁੱਚੇ ਮੋਤੀ, है ना, ये वाला ਜਿਹੜਾ mollusk है ਇਹਦੇ ਅੰਦਰ ਜਿਹੜੇ pearls बनांदा है अपने अंदर,
cuttlefish, it is not a fish, it is a mollusk. Squid, octopus, sea hare, all these are the examples of mollusk. So with this, we end our lecture. We'll meet in the